ਹੈਲੋ ਫਰੈਂਡਸ, ਵੈਲਕਮ ਟੂ ਢੀਂਡਸਾ ਕਲਾਸਿਸ YouTube ਚੈਨਲ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨ ਜਾ ਰਹੇ ਹਾਂਗੇ। ਬਹੁਤ ਅੱਛੀ ਨਿਊਜ਼ ਆ ਗਈ। ਪੰਜਾਬ ਸਕੂਲ ਦੇ ਵਿੱਚ ਨਵੀਆਂ ਪੋਸਟਾਂ ਜਿਹੜੀਆਂ ਨੇ ਉਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਗਾ ਉਹ ਅੱਜ ਪਬਲਿਸ਼ ਜਿਹੜਾ ਗਾ ਹੋ ਗਿਆ ਗਾ। ਸਭ ਤੋਂ ਪਹਿਲੇ ਜਿਹੜਾ ਇਸ਼ਤਿਹਾਰ ਨੰਬਰ ਹੈਗਾ 4 ਆਫ 2021 ਹੈਗਾ। ਇਹ ਇਸ਼ਤਿਹਾਰ ਨੰਬਰ ਹੈਗਾ ਕਿਸ ਵੈਬਸਾਈਟ ਦੇ ਵਿੱਚ ਉੱਪਰ ਜਿਹੜਾ ਗਾ ਤੁਸੀਂ ਸਾਰਾ ਚੈੱਕ ਕਰ ਸਕਦੇ ਹੋਗੇ SSB.punjab.gov.in। ਇਸ਼ਤਿਹਾਰ ਪਬਲਿਸ਼ ਹੋਣ ਦੀ ਡੇਟ ਅੱਜ 2 ਅਪ੍ਰੈਲ ਆ ਗਈ। ਵੈਸੇ ਅਖਬਾਰ ਦੇ ਵਿੱਚ ਜਿਹੜਾ ਗਾ ਤੁਸੀਂ ਕੱਲ ਵੀ ਪੜ੍ਹ ਲਿਆ ਹੋਏਗਾ। ਸਕੂਲ ਲਾਇਬ੍ਰੇਰੀ ਦੀਆਂ ਪੋਸਟਾਂ ਆਈਆਂ ਨੇ, ਕੱਲ ਅਖਬਾਰ ਦੇ ਵਿੱਚ ਆ ਗਿਆ ਸੀ, ਬਟ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਿਹੜਾ ਗਾ ਇਹਨਾਂ ਨੇ ਅੱਜ ਇਸ ਨੂੰ ਪਬਲਿਸ਼ ਕੀਤਾ ਗਾ। 2 ਅਪ੍ਰੈਲ ਜਿਹੜੀ ਆ ਉਹ ਪਬਲਿਸ਼ ਹੈ ਐਡਵਰਟਾਈਜ਼ਮੈਂਟ, ਇਸ਼ਤਿਹਾਰ ਪਬਲਿਸ਼ ਕਰਨ ਦੀ ਐਡਵਰਟਾਈਜ਼ਮੈਂਟ ਆ ਗਈ। ਔਰ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਡੇਟ ਆ ਉਹ 5 ਅਪ੍ਰੈਲ ਹੈ। 5 ਅਪ੍ਰੈਲ ਤੋਂ ਜਿਹੜਾ ਗਾ ਆਨਲਾਈਨ ਅਪਲਾਈ ਸਟਾਰਟ ਹੋ ਜਾਣਗੇ। 26 ਅਪ੍ਰੈਲ ਤੱਕ 26 ਅਪ੍ਰੈਲ ਤੱਕ ਜਿਹੜਾ ਗਾ ਸ਼ਾਮੀ 5 ਵਜੇ ਤੱਕ ਆ ਚੀਜ਼ ਨੂੰ ਧਿਆਨ 'ਚ ਰੱਖਣਾ, ਸ਼ਾਮੀ 5 ਵਜੇ ਤੱਕ ਅਪਲਾਈ ਕਰ ਸਕਦੇ ਨੇ ਜਿਹੜੇ ਐਲੀਜੀਬਲ ਕੈਂਡੀਡੇਟ ਨੇ। ਜੋ ਫੀਸ ਭਰਨ ਦੀ ਜਿਹੜੀ ਲਾਸਟ ਡੇਟ ਹੈਗੀ ਉਹ 29 ਅਪ੍ਰੈਲ ਹੈਗੀ। 29 ਅਪ੍ਰੈਲ ਹੈਗੀ। ਜੇ ਤੁਸੀਂ ਇਸ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਬੈਲ ਬਟਨ ਜਿਹੜਾ ਗਾ ਉਸ ਨੂੰ ਔਨ ਕਰ ਸਕਦੇ ਹੋ, ਕਿਉਂਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਸ ਦੇ ਲਈ ਵੀ ਜਿਹੜਾ ਗਾ ਕਲਾਸਿਸ ਸਟਾਰਟ ਕਰਾਂਗੇ। ਦੂਸਰਾ, ਇਸ ਦੇ ਵਿੱਚ ਸਾਡੇ ਬਾਕੀ ਜਿਹੜੇ ਕੰਪੀਟੀਟਿਵ ਐਗਜ਼ਾਮ ਨੇ ਪੰਜਾਬ ਦੇ ਵਿੱਚ ਨਿਕਲੇ ਹੋਏ ਨੇ, ਇਸ ਚੈਨਲ ਤੇ ਸਾਡਾ ਰੈਗੂਲਰ ਕਲਾਸਿਸ ਚੱਲ ਰਹੀਆਂ ਨੇ ਢੀਂਡਸਾ ਕਲਾਸਿਸ YouTube ਚੈਨਲ ਦੇ ਉੱਪਰ। ਚਲੋ ਆਪਾਂ ਅੱਗੇ ਇਸ਼ਤਿਹਾਰ ਦੇਖਦੇ ਹਾਂ। ਹਾਂਜੀ, ਜਿਹੜੀਆਂ ਇਹ ਪੋਸਟਾਂ ਨੇ ਇਹ ਸਕੂਲ ਲਾਇਬ੍ਰੇਰੀਅਨ ਦੀਆਂ ਪੋਸਟਾਂ ਨੇ। ਟੋਟਲ ਜਿਹੜੀਆਂ ਪੋਸਟਾਂ ਨੇ 750 ਪੋਸਟਾਂ ਨੇ। ਇਹ ਕਿਹੜੀ ਵੈਬਸਾਈਟ 'ਤੇ ਅਪਲਾਈ ਹੋ ਸਕਦੇ ਨੇ? SSB.punjab.gov.in ਇਸ ਦੇ ਉੱਪਰ ਜਿਹੜਾ ਗਾ ਅਪਲਾਈ ਹੋ ਸਕਦਾ ਗਾ। ਅਪਲਾਈ ਕਰਨ ਦੀ ਜਿਹੜੀ ਡੇਟ ਹੈਗੀ ਉਹ 5 ਅਪ੍ਰੈਲ ਤੋਂ ਲੈ ਕੇ 26 ਅਪ੍ਰੈਲ ਤੱਕ ਸ਼ਾਮੀ 5 ਵਜੇ ਤੱਕ ਹੈਗਾ। ਦੂਸਰਾ, ਕਈਆਂ ਦਾ ਇਹ ਵੀ ਡਾਊਟ ਰਹੇਗਾ ਕਿ ਇਹ ਜਿਹੜੀ ਪੋਸਟ ਹੈ ਕਿਸ ਗ੍ਰੇਡ ਦੀ ਹੈ। ਇਹ C ਗ੍ਰੇਡ ਦੀ ਜਿਹੜੀ ਆ ਪੋਸਟ ਆ। ਮੈਂ ਫਸਟ ਤੋਂ ਲੈ ਕੇ ਐਂਡ ਤੱਕ ਜਿਹੜਾ ਗਾ ਫੁੱਲ ਐਡਵਰਟਾਈਜ਼ਮੈਂਟ ਤੁਹਾਡੇ ਨਾਲ ਡਿਸਕਸ ਕਰਾਂਗਾ। ਜਿਹੜੀ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਲਈ ਹੋਏਗੀ ਸਿਰਫ ਆਪਾਂ ਉਹ ਇਸ ਦੇ ਵਿੱਚ ਡਿਸਕਸ ਕਰਾਂਗੇ। ਪੂਰਾ ਫਸਟ ਤੋਂ ਲੈ ਕੇ ਐਂਡ ਤੱਕ ਮੈਂ ਐਡਵਰਟਾਈਜ਼ਮੈਂਟ ਤੁਹਾਡੇ ਨਾਲ ਸ਼ੇਅਰ ਕਰਾਂਗਾ। ਨੈਕਸਟ ਹੁਣ ਆਪਾਂ ਇਸ ਦੇ ਵਿੱਚ ਠੀਕ ਹੈ, ਕੈਟਾਗਰੀ ਵਾਈਜ਼ ਇਹਨਾਂ ਨੇ ਅਸਾਮੀਆਂ ਦੇ ਰੱਖੀਆਂ ਨੇ, ਜਿੱਦਾਂ ਜਨਰਲ ਕੈਟਾਗਰੀ ਹੋ ਗਿਆ, SC ST OBC ਸਾਰੀਆਂ ਕੈਟਾਗਰੀਜ਼ ਇਹਨਾਂ ਨੇ ਇਸ ਦੇ ਵਿੱਚ ਕੈਟਾਗਰੀ ਵਾਈਜ਼ ਦੇ ਰੱਖੀਆਂ ਨੇ। ਔਰ ਜਿਹੜਾ ਵਿਮੈਨ ਦਾ 33% ਰਿਜ਼ਰਵੇਸ਼ਨ ਹੈ ਉਸ ਨੂੰ ਵੀ ਅਲੱਗ ਤੋਂ ਇਹਨਾਂ ਨੇ ਇਸ ਦੇ ਵਿੱਚ ਦੇ ਰੱਖਿਆ ਹੈਗਾ। ਇਹ ਵੈਸੇ ਜਨਰਲ ਦੀਆਂ ਪੋਸਟਾਂ ਨੇ, ਇਹ ਜਨਰਲ ਵਿਮੈਨ ਦੀਆਂ ਪੋਸਟਾਂ ਨੇ। ਬਹੁਤ ਅੱਛੀ ਓਪਰਚੁਨਿਟੀ ਹੈ ਜੋ ਲੜਕੀਆਂ ਐਲੀਜੀਬਲ ਨੇ, ਕਿਉਂਕਿ ਉਹਨਾਂ ਦੇ ਲਈ ਜਿਹੜਾ ਗਾ 33% ਦਾ ਇੱਕ ਰਿਜ਼ਰਵੇਸ਼ਨ ਕੋਟਾ ਵੀ ਇਸ ਦੇ ਵਿੱਚ ਜੋ ਕਿ ਪੰਜਾਬ ਗੌਰਮੈਂਟ ਨੇ ਜਿਹੜਾ ਗਾ ਪਿੱਛੇ ਇਹਨਾਂ ਨੂੰ ਪਾਸ ਕੀਤਾ ਸੀ ਕਿ ਹਰ ਇੱਕ ਪੋਸਟ ਦੇ ਵਿੱਚ ਅੱਜ ਕੱਲ੍ਹ ਇਹ ਆ ਰਿਹਾ ਗਾ। ਇਹ ਕੈਟਾਗਰੀ ਵਾਈਜ਼ ਦੇਖ ਸਕਦੇ ਹੋਗੇ। ਇਹ ਇਸ਼ਤਿਹਾਰ ਜਿਹੜੀ ਐਡਵਰਟਾਈਜ਼ਮੈਂਟ ਨੋਟੀਫਿਕੇਸ਼ਨ ਜਿਹੜਾ ਗਾ ਤੁਸੀਂ ਇਸ ਦੀ ਵੈਬਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹੋਗੇ। ਇਹ ਸਾਰਾ ਦੇਖੋ ਕੈਟਾਗਰੀ ਵਾਈਜ਼ ਜਿਹੜਾ ਬੱਚਾ ਜਿਹੜੀ ਕੈਟਾਗਰੀ ਦੇ ਵਿੱਚ ਆਉਂਦਾ ਗਾ ਉਸ ਕੈਟਾਗਰੀ ਦੇ ਅਕੋਰਡਿੰਗ ਜਿਹੜਾ ਗਾ ਉਹ ਆਪਣਾ ਵੈਕੈਂਸੀਜ਼ ਵਗੈਰਾ ਚੈੱਕ ਕਰ ਸਕਦਾ ਕਿ ਉਸ ਕੈਟਾਗਰੀ ਦੇ ਵਿੱਚ ਕਿੰਨੀਆਂ ਵੈਕੈਂਸੀਜ਼ ਨੇ। ਤੁਸੀਂ ਇਹਨਾਂ ਦੀ ਐਡਵਰਟਾਈਜ਼ਮੈਂਟ ਜਿਹੜਾ ਗਾ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੋਂ ਵੀ ਕਰ ਸਕਦੇ ਹੋ। ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰਕੇ ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋਗੇ। ਟੈਲੀਗ੍ਰਾਮ ਚੈਨਲ ਦਾ ਜਿਹੜਾ ਨਾਮ ਗਾ ਉਹ ਆ ਢੀਂਡਸਾ ਕਲਾਸਿਸ। ਢੀਂਡਸਾ ਕਲਾਸਿਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰਕੇ ਜਿਹੜਾ ਗਾ ਉੱਥੋਂ ਅਸੀਂ ਉੱਥੇ ਪ੍ਰੋਵਾਈਡ ਕਰਾ ਦਾਂਗੇ, ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋਗੇ। ਦੇਖੋ ਟੋਟਲ ਪੋਸਟਾਂ ਜਿਹੜੀਆਂ ਨੇ ਇਸ ਦੇ ਵਿੱਚ 750 ਪੋਸਟਾਂ ਨੇ ਅਤੇ 33% ਰਿਜ਼ਰਵੇਸ਼ਨ ਦੇ ਅਕੋਰਡਿੰਗ ਜਿਹੜੀਆਂ ਬਣਦੀਆਂ ਨੇ ਇਹਨਾਂ ਨੇ ਬਣਾਈਆਂ ਨੇ। 242 ਪੋਸਟਾਂ ਜਿਹੜੇ ਨੇ ਸਿਰਫ ਲੜਕੀਆਂ ਵਾਸਤੇ ਨੇ, ਇਹ ਸਿਰਫ ਲੜਕੀਆਂ ਵਾਸਤੇ ਨੇ। ਨੈਕਸਟ ਐਡਵਰਟਾਈਜ਼ਮੈਂਟ ਦੇ ਵਿੱਚ ਇਹਨਾਂ ਨੇ ਕੈਟਾਗਰੀ ਕੋਡ ਦਿੱਤੇ ਨੇ। ਇਸ ਦੇ ਵਿੱਚ ਇਹ ਕੈਟਾਗਰੀ ਕੋਡ ਨੇ। ਜਨਰਲ ਕੈਟਾਗਰੀ ਦਾ ਹੋ ਗਿਆ, EWS ਦਾ ਹੋ ਗਿਆ, SC ਦਾ ਹੋ ਗਿਆ, BC, ਇਹ ਸਾਰੇ ਇਹਨਾਂ ਨੇ ਕੈਟਾਗਰੀ ਵਾਈਜ਼ ਇਸ ਦੇ ਵਿੱਚ ਜਿਹੜੇ ਨੇ ਕੋਡ ਦੇ ਰੱਖੇ ਨੇ।
ਮੈਂ ਜਦ ਤੁਸੀਂ ਫਾਰਮ ਫਿਲ ਕਰਦੇ ਹੋ ਉਸ ਦੇ ਵਿੱਚ ਕੈਟਾਗਰੀ ਕੋਡ ਵੀ ਆ ਜਾਂਦਾ ਫਾਰਮ ਤੇ ਜਿਹੜਾ ਗਾ ਕੈਟਾਗਰੀ ਇਹਨਾਂ ਨੇ ਇਹਨਾਂ ਦੀ ਫੁੱਲ ਫਾਰਮ ਵੀ ਦੇ ਦਿੱਤੀ ਅੱਗੇ ਦੇਖੋ ਇਸ ਦੇ ਵਿੱਚ ਫੁੱਲ ਫਾਰਮ ਵੀ ਦਿੱਤੀ ਹੋਈ ਆ ਕਈਆਂ ਨੂੰ ਕਨਫਿਊਜ਼ ਹੋ ਜਾਂਦਾ ਗਾ ਕਿ EWS ਦਾ ਮਤਲਬ ਕੀ ਹੁੰਦਾ ਗਾ ਇਸ ਦੇ ਵਿੱਚ ਆਰਥਿਕ ਕਮਜ਼ੋਰ ਆਰਥਿਕ ਤੌਰ ਤੇ ਕਮਜ਼ੋਰ ਵਰਗ ਜਿਹੜੇ ਨੇ ਉਹਨਾਂ ਨੂੰ EWS ਇਹ ਜਨਰਲ ਵਾਸਤੇ ਹੈਗਾ ਆਮ ਵਾਸਤੇ ਹੈਗਾ ਇਹਨਾਂ ਨੇ ਇਸ ਦੇ ਵਿੱਚ ਦੇ ਰੱਖਿਆ ਹੈਗਾ। ਨੈਕਸਟ ਜਿਹੜਾ ਤੁਹਾਡੇ ਲਈ ਇੰਪੋਰਟੈਂਟ ਇਨਫੋਰਮੇਸ਼ਨ ਹੈ ਉਹ ਹੈ ਕਿ ਇਸ ਦੀ ਕੁਆਲੀਫਿਕੇਸ਼ਨ ਕੀ ਹੋਏਗੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਐਜੂਕੇਸ਼ਨਲ ਜਿਹੜੀ ਕੁਆਲੀਫਿਕੇਸ਼ਨ ਹੈ ਜਾਂ ਯੋਗਤਾ ਜਿਹੜੀ ਵਿਦਿਅਕ ਯੋਗਤਾ ਜਿਹੜੀ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਇੱਕ ਸਕੂਲ ਲਾਇਬ੍ਰੇਰੀਅਨ ਵਾਸਤੇ ਕਿੰਨੀ ਘੱਟੋ ਘੱਟ ਜਿਹੜੀ ਵਿਦਿਅਕ ਯੋਗਤਾ ਹੋਣੀ ਚਾਹੀਦੀ ਹੈ ਕਿਸੇ ਵੀ ਸਕੂਲ ਜਾਂ ਯੂਨੀਵਰਸਿਟੀ ਜਾਂ ਸਕੂਲ ਜਾਂ ਇੰਸਟੀਚਿਊਟਸ ਤੋਂ ਜਿਹੜਾ ਗਾ +2 ਹੋਣਾ ਚਾਹੀਦਾ 10+2 ਹੋਣਾ ਚਾਹੀਦਾ ਗਾ ਔਰ ਉਸ ਤੋਂ ਬਾਅਦ ਉਸ ਕੋਲ 2 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਕਿਸ ਦਾ ਲਾਇਬ੍ਰੇਰੀ ਸਾਇੰਸ ਦਾ 2 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਇਹ ਮਿਨੀਮਮ ਆਗਾ ਇਹ ਕੀ ਹੈ ਮਿਨੀਮਮ ਕੁਆਲੀਫਿਕੇਸ਼ਨ ਹੈ ਇਸ ਤੋਂ ਜ਼ਿਆਦਾ ਜੇ ਕਿਸੇ ਕੋਲ ਹੈ ਜਿਹੜਾ ਉਹ ਵੀ ਅਪਲਾਈ ਕਰ ਸਕਦਾ ਇਹ ਨਹੀਂ ਕਿ ਉਸ ਕੋਲ +2 ਜੇ ਕੋਈ +2 ਤੋਂ ਬਾਅਦ ਜਿਹੜਾ ਗਾ ਗ੍ਰੈਜੂਏਸ਼ਨ ਵੀ ਹੈ ਜਾਂ ਪੋਸਟ ਗ੍ਰੈਜੂਏਸ਼ਨ ਉਹ ਵੀ ਉਸ ਦਾ ਜਿਹੜਾ ਉਹ ਬੱਚੇ ਵੀ ਅਪਲਾਈ ਕਰ ਸਕਦੇ ਨੇ ਬਟ ਇਹ ਮਿਨੀਮਮ ਕੁਆਲੀਫਿਕੇਸ਼ਨ ਦੀ ਗੱਲ ਕੀਤੀ ਗਈ ਇਸ ਦੇ ਵਿੱਚ ਕਿ ਇੰਨਾ ਤਾਂ ਹੋਣਾ ਚਾਹੀਦਾ ਗਾ ਇਹ ਕੁਆਲੀਫਿਕੇਸ਼ਨ ਹੋਗੀ ਨੈਕਸਟ ਇਸ ਦੇ ਵਿੱਚ ਜੋ ਸੈਲਰੀ ਰਹੇਗੀ ਇਹਨਾਂ ਨੇ ਸੈਲਰੀ ਇਸ ਦੇ ਵਿੱਚ 25,500 ਸੈਲਰੀ ਬੋਲਿਆ ਗਿਆ ਠੀਕ ਹੈ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਠੀਕ ਅਧਿਸੂਚਨਾ ਨੰਬਰ ਦੇ ਅਨੁਸਾਰ ਜਿਹੜਾ ਹੈਗਾ ਕਿ 25,500 ਜਿਹੜਾ ਹੈਗਾ ਉਹਨਾਂ ਨੂੰ ਸੈਲਰੀ ਮਿਲੇਗੀ ਨੈਕਸਟ ਤੁਹਾਡਾ ਤਕਰੀਬਨ ਸਾਰਿਆਂ ਦਾ ਹੀ ਰਹਿੰਦਾ ਗਾ ਕਿ ਉਮਰ ਕਿੰਨੀ ਹੋਣੀ ਚਾਹੀਦੀ ਹੈ ਜਾਂ ਇਸ ਦਾ ਏਜ ਕਿੰਨਾ ਹੋਏਗਾ ਜੋ ਜਨਰਲ ਕੈਟਾਗਰੀ ਵਾਸਤੇ ਆ 18 ਤੋਂ ਲੈ ਕੇ 37 ਸਾਲ ਤੱਕ ਜੋ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਇਸ ਤੋਂ ਵੱਧ ਨਹੀਂ ਹੋਣੀ ਚਾਹੀਦੀ ਇਹ ਜਿਹੜੀ ਕਾਊਂਟ ਹੋਏਗੀ ਕਈ ਨੂੰ ਇਸ ਨੂੰ ਲੈ ਕੇ ਵੀ ਬਾਅਦ ਦੇ ਵਿੱਚ ਡਾਊਟ ਰਹਿਣਗੇ ਕਮੈਂਟ ਆਉਣਗੇ ਤੁਸੀਂ ਕਮੈਂਟ ਕਰ ਸਕਦੇ ਹੋ ਜੇ ਕਿਸ ਦਾ ਤੁਸੀਂ ਆਪਣੀ ਡੇਟ ਆਫ ਬਰਥ ਜਿਹੜਾ ਗੱਲ ਲਿਖ ਸਕਦੇ ਹੋ ਅਸੀਂ ਉਸ ਦੇ ਅਕੋਰਡਿੰਗ ਦੱਸਾਂਗੇ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਹੈਗੇ ਵੈਸੇ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋਗੇ ਕਿ 11/20/21 ਤੱਕ ਇਹ ਕਾਊਂਟ ਹੁੰਦੀ ਹੈਗੀ ਠੀਕ ਹੈ ਪੰਜਾਬ ਸਰਕਾਰ ਦੇ SC ਔਰ BC ਕੈਟਾਗਰੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਉਮਰ ਜਿਹੜੀ ਹੁੰਦੀ ਹੈ 42 ਸਾਲ ਹੈਗੀ ਉਹਨਾਂ ਦੀ ਉਮਰ 42 ਸਾਲ ਹੈਗੀ ਇਸ ਦੇ ਵਿੱਚ ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉੱਪਰਲੀ ਸੀਮਾ ਜਿਹੜੀ ਵਿੱਚ ਛੋੜ ਦਿੰਦੇ ਹੋਏ ਵੱਧ ਤੋਂ ਵੱਧ 45 ਸਾਲ ਤੱਕ ਜਿਹੜੇ ਨੇ ਉਹ ਅਪਲਾਈ ਕਰ ਸਕਦੇ ਨੇ ਇਹ ਜੇ ਤੁਸੀਂ ਇਸ ਕੈਟਾਗਰੀ 'ਚ ਆਉਂਦੇ ਹੋ ਤਾਂ ਦੇਖ ਸਕਦੇ ਹੋ ਨੈਕਸਟ ਆ ਗਿਆ ਫੀਸ ਨੂੰ ਲੈ ਕੇ ਵੀ ਬਹੁਤ ਬੜਾ ਇਸ਼ੂ ਰਹਿੰਦਾ ਹੈਗਾ ਡਾਊਟ ਰਹਿੰਦਾ ਹੈਗਾ ਇਸ ਦੇ ਵਿੱਚ ਜਨਰਲ ਕੈਟਾਗਰੀ 'ਚ ਉਹ ਵਿਮੈਨ ਜਾਂ ਮੈਨ ਠੀਕ ਹੈ ਉਹਨਾਂ ਦੀ ਜਿਹੜੀ ਫੀਸ ਰਹੇਗੀ ਉਹ 1000 ਰਹੇਗੀ ਔਰ ਜਿਹੜੀ SC ST OBC ਆਉਂਦੇ ਨੇ ਉਹਨਾਂ ਦੀ 250 ਰਹੇਗੀ ਐਕਸ ਸਰਵਿਸਮੈਨ ਜਿਹੜਾ ਹੈਗਾ ਉਹਨਾਂ ਦੀ 200 ਰਹੇਗੀ ਫਿਜ਼ੀਕਲ ਹੈਂਡੀਕੈਪ ਜਿਹੜੇ ਨੇ ਉਹਨਾਂ ਦਾ 500 ਰਹੇਗਾ ਬਟ ਇਹ ਉਹਨਾਂ ਦਾ ਰਹੇਗਾ ਜਿਹੜੇ ਜਨਰਲ ਕੈਟਾਗਰੀ ਤੋਂ ਆਉਂਦੇ ਨੇ ਜੋ SC ਕੈਟਾਗਰੀ ਤੋਂ ਆਉਂਦੇ ਨੇ ਉਹਨਾਂ ਦੀ ਜਿਹੜੀ ਹੈ ਉਸ ਦੇ ਕੈਟਾਗਰੀ ਦੇ ਅਕੋਰਡਿੰਗ ਹੀ ਰਹੇ ਉਸ ਤੋਂ ਬਾਅਦ ਰਿਜ਼ਰਵੇਸ਼ਨ ਕਿਸ ਵਿਭਾਗ ਤੇ ਹੋਏਗੀ ਉਸ ਲਈ ਇਹਨਾਂ ਨੇ ਕੁਝ ਹਦਾਇਤਾਂ ਦਿੱਤੀਆਂ ਨੇ ਇਹਨਾਂ ਨੂੰ ਤੁਸੀਂ ਪੜ੍ਹ ਸਕਦੇ ਹੋ ਜਿੱਦਾਂ ਡੋਮਿਸਾਈਲ ਸਰਟੀਫਿਕੇਟ ਦੀ ਗੱਲ ਕਰ ਰਿਹਾ ਹੈਗਾ ਠੀਕ ਹੈ ਕਿ ਉਹ ਘੱਟੋ ਘੱਟ 5 ਸਾਲ ਪੁਰਾਣਾ ਨਹੀਂ ਹੋਣਾ ਚਾਹੀਦਾ ਠੀਕ ਹੈ ਤੇ ਜੋ ਸਰਟੀਫਿਕੇਟ ਹੁੰਦੇ ਨੇ ਜਿਹੜੇ ਵੈਲਿਡ ਨੇ ਉਹ ਇਹਨਾਂ ਨੇ ਇਸ ਦੇ ਵਿੱਚ ਤੁਸੀਂ ਆਪਣਾ ਜੇ ਕਿਸੇ ਕੋਲ ਕੈਟਾਗਰੀ ਵਾਈਜ਼ ਅਗਲਾ ਜਿਹੜਾ ਸਭ ਤੋਂ ਇੰਪੋਰਟੈਂਟ ਹੁੰਦਾ ਗਾ ਅਪਲਾਈ ਕਰਨ ਤੋਂ ਬਾਅਦ ਤੁਹਾਡੇ ਜਦੋਂ ਫਾਰਮ ਅਪਲਾਈ ਹੋ ਜਾਂਦਾ
ਫਿਰ ਚੋਣ ਵਿਧੀ ਆ, ਸਿਲੈਕਸ਼ਨ ਪ੍ਰੋਸੀਜਰ ਜਿਹੜਾ ਗਾ, ਇਹਨਾਂ ਨੇ ਕੀ ਬੋਲਿਆ ਗਾ ਕਿ ਇਸ ਦੇ ਸਿਲੈਕਸ਼ਨ ਵਾਸਤੇ ਉਮੀਦਵਾਰਾਂ ਤੋਂ ਇੱਕ ਆਬਜੈਕਟਿਵ ਟਾਈਪ MCQs ਟਾਈਪ ਜਿਹੜਾ ਗਾ ਮਲਟੀਪਲ ਚੁਆਇਸ ਪੇਪਰ ਲਿਆ ਜਾਏਗਾ। ਆਬਜੈਕਟਿਵ ਟਾਈਪ ਪੇਪਰ ਹੋਏਗਾ। ਜੇ ਆਪਾਂ ਗੈਸ ਵਰਕ ਲੈ ਕੇ ਚੱਲਦੇ ਹਾਂ ਕਿ 100 ਕੁ ਮਾਰਕਸ ਦਾ ਜਿਹੜਾ ਗਾ ਇਹ ਪੇਪਰ ਹੋਏਗਾ ਔਰ ਉਸ ਪੇਪਰ ਦੇ ਵਿਹਾਪ 'ਤੇ ਹੀ ਇੱਕ ਕਾਮਨ ਮੈਰਿਟ ਬਣੇਗੀ। ਉਹ ਮੈਰਿਟ ਦੇ ਵਿੱਚ ਘੱਟੋ ਘੱਟ ਜਿਹੜਾ ਗਾ 40% ਕਮ ਸੇ ਕਮ ਜਿਹੜਾ ਗਾ 40% ਜਿਹੜੇ ਨੇ, ਜੇ ਇੱਕ ਐਗਜ਼ਾਮਪਲ ਵੈਸੇ ਇਹਨਾਂ ਦਾ ਤਕਰੀਬਨ ਪੈਟਰਨ ਜਿਹੜਾ ਗਾ ਉਹ 100 ਕੁਐਸਚਨ ਹੀ ਹੁੰਦਾ ਗਾ। 100 ਦੇ ਵਿੱਚੋਂ ਕਮ ਸੇ ਕਮ ਜਿਹੜੇ ਨੇ 40 ਕੁਐਸਚਨ ਸਹੀ ਹੋਣੇ ਚਾਹੀਦੇ ਨੇ ਜਾਂ 40% ਜਿਹੜਾ ਗਾ ਸਹੀ ਹੋਣਾ ਚਾਹੀਦਾ ਹੈਗਾ। ਜੇ 120 ਜਾਂ 150 ਲੈਂਦੇ ਨੇ, ਦੇਖੋ ਪਹਿਲੇ ਕੀ ਹੈਗਾ ਕਿ ਇੱਕ MCQ ਟਾਈਪ ਆਬਜੈਕਟਿਵ ਟਾਈਪ ਪੇਪਰ ਹੋਏਗਾ, ਫਿਰ ਉਸ ਆਧਾਰ 'ਤੇ ਮੈਰਿਟ ਬਣੇਗੀ। ਮੈਰਿਟ ਦੇ ਵਿੱਚ ਆਉਣ ਦੇ ਲਈ ਘੱਟੋ ਘੱਟ ਉਹਦੇ ਕੋਲ 40% ਜਿਹੜਾ ਹੈਗਾ ਉਹ ਅੰਕ ਪ੍ਰਾਪਤ ਹੋਣੇ ਚਾਹੀਦੇ ਨੇ ਘੱਟੋ ਘੱਟ। ਜੇ ਕਿਸੇ ਬੱਚੇ ਦੇ ਜਿਹੜੇ ਨੇ ਉਹ ਨੰਬਰ ਮੈਚ ਕਰ ਜਾਂਦੇ ਨੇ ਤਾਂ ਉਸ ਵਿੱਚ ਉਸ ਦਾ ਜਿਹੜਾ ਹੈਗਾ ਉਸ ਦੀ ਉਮਰ 'ਤੇ ਜਿਹੜਾ ਹੈਗਾ ਉਸ ਨੂੰ, ਜਿਸ ਦੀ ਜ਼ਿਆਦਾ ਬੜੀ ਉਮਰ ਹੋਏਗੀ ਉਸ ਨੂੰ ਪਹਿਲੇ ਬੁਲਾਇਆ ਜਾਏਗਾ, ਮੀਨਸ ਉਸ ਨੂੰ ਜਿਹੜੀ ਆ ਕਾਲ ਆਏਗੀ। ਅੱਗੇ ਆ ਗਿਆ ਆਬਜੈਕਟਿਵ ਟਾਈਪ ਪੇਪਰ ਤੋਂ ਬਾਅਦ ਫਿਰ ਕੀ ਹੋਏਗਾ 3 ਗੁਣਾ, ਮੀਨਸ ਜਿੱਦਾਂ 750 ਜਿਹੜੀ ਹੈ ਇਹ ਪੋਸਟ ਆ, ਜੇ ਆਪਾਂ ਇਸ ਦਾ 3 ਗੁਣਾ ਕਰਦੇ ਹਾਂ ਤਕਰੀਬਨ ਜਿਹੜਾ ਹੈਗਾ 2250 ਜਿਹੜਾ ਹੈਗਾ ਉਹ ਇਸ ਲਈ ਬੁਲਾਇਆ ਜਾਏਗਾ, ਮੀਨਸ ਜਿਸ ਦੇ ਵਿੱਚ ਮੈਰਿਟ ਦੇ ਵਿੱਚ ਚੁਣਿਆ ਜਾਏਗਾ। ਉਸ ਤੋਂ ਬਾਅਦ ਉਹਨਾਂ ਨੂੰ ਕਾਉਂਸਲਿੰਗ ਦੇ ਲਈ ਬੁਲਾਇਆ ਜਾਏਗਾ। ਹਾਂ, ਅੱਗੇ ਆ ਗਿਆ ਲਿਖਤੀ ਜਿਹੜੀ ਪ੍ਰਕਿਰਿਆ ਹੈਗੀ। ਲਿਖਤੀ ਪ੍ਰਕਿਰਿਆ ਜਿਹੜੀ ਆ ਉਹ ਸਾਰੇ ਇਹਨਾਂ ਨੇ ਕਿਹਾ ਕਿ ਜਿਹੜੇ ਐਡਮਿਟ ਕਾਰਡ ਨੇ ਉਹ ਆਨਲਾਈਨ ਆਉਣਗੇ, ਠੀਕ ਹੈ। ਸਿਲੇਬਸ ਤੇ ਪੈਟਰਨ ਜਿਹੜਾ ਹੈਗਾ ਆਹ ਚੀਜ਼ ਇਹ ਵੀ ਤੁਹਾਡੇ ਲਈ ਇੰਪੋਰਟੈਂਟ ਹੈਗੀ, ਆਨਲਾਈਨ ਤੁਸੀਂ ਪੜ੍ਹ ਸਕਦੇ ਹੋਗੇ, ਠੀਕ ਹੈ। ਇਹਨਾਂ ਨੇ ਕੀ ਕਿਹਾ ਹੈਗਾ, ਸਿਲੇਬਸ ਤੇ ਪੈਟਰਨ, ਕੀ ਪੈਟਰਨ ਹੋਏਗਾ ਬਾਅਦ ਵਿੱਚ ਬੋਰਡ ਦੀ ਵੈਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ। ਬਾਅਦ ਵਿੱਚ ਮੀਨਸ ਇਹਦਾ ਸਿਲੇਬਸ ਕੀ ਹੋਏਗਾ, ਇਸ ਲਈ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਕਿਹਾ ਗਾ ਕਿ ਅਸੀਂ ਵੀ ਆਉਣ ਵਾਲੇ ਟਾਈਮ 'ਚ ਇਹਦੀਆਂ ਜਿਹੜੀਆਂ ਇਸ 'ਤੇ ਕਲਾਸਿਸ ਲੈ ਕੇ ਆਵਾਂਗੇ, ਕਿਉਂਕਿ ਜਿੱਦਾਂ ਹੀ ਇਸ ਦਾ ਪੈਟਰਨ ਤੇ ਸਿਲੇਬਸ ਅਨਾਉਂਸ ਹੁੰਦਾ ਹੈਗਾ ਆਪਾਂ ਇਸ ਚੈਨਲ 'ਤੇ ਸਟਾਰਟ ਕਰਾਂਗੇ। ਇਸ ਸੰਬੰਧੀ ਉਮੀਦਵਾਰ ਲਗਾਤਾਰ ਬੋਰਡ ਦੀ ਵੈਬਸਾਈਟ ਚੈੱਕ ਕਰਦੇ ਰਹਿਣ। ਇਹਨਾਂ ਨੇ ਕੀ ਕਿਹਾ, ਚੈੱਕ ਕਰਦੇ ਰਹਿਣ। ਜਿਹੜਾ ਕੀ ਕਿਹਾ ਗਾ ਕਿ ਆਬਜੈਕਟ ਟਾਈਪ ਲਿਖਤੀ ਪ੍ਰਕਿਰਿਆ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ, ਜਿਵੇਂ ਕਿ ਐਡਮਿਟ ਕਾਰਡ, ਪ੍ਰੀਖਿਆ ਦੀ ਮਿਤੀ, ਐਡਮਿਟ ਕਾਰਡ, ਪ੍ਰੀਖਿਆ ਦੀ ਮਿਤੀ, ਪ੍ਰੀਖਿਆ ਕੇਂਦਰ ਆਦਿ ਸਿਰਫ ਬੋਰਡ ਦੀ ਵੈਬਸਾਈਟ, ਇਹ ਵਾਲੀ ਵੈਬਸਾਈਟ ਜਿਹੜੀ ਆਪਾਂ ਸਟਾਰਟਿੰਗ ਦੇ ਵਿੱਚ ਦੇਖੀ ਹੈ, ਇਸ ਵੈਬਸਾਈਟ 'ਤੇ ਜਿਹੜਾ ਹੈਗਾ ਅਪਲੋਡ ਕੀਤਾ ਜਾਵੇਗਾ। ਇਸ ਕਰਕੇ ਉਮੀਦਵਾਰਾਂ ਵੱਲੋਂ ਲੇਟੈਸਟ ਅਪਡੇਟਸ ਲਈ ਬੋਰਡ ਦੀ ਵੈਬਸਾਈਟ ਲਾਜ਼ਮੀ ਤੌਰ 'ਤੇ ਚੈੱਕ ਕਰਦੇ ਰਹਿਣਾ ਹੋਵੇਗਾ। ਇਹ ਇਹਨਾਂ ਨੇ ਇਸ ਦੇ ਵਿੱਚ ਪਹਿਲੇ ਹੀ ਆਪਣੇ ਆਪ ਨੂੰ ਡਿਫੈਂਸ ਕਰ ਲਿਆ ਕਿ ਜੇ ਕਿਸੇ ਕੇਸ ਕਰਕੇ ਜਾਂ ਕਿਸੇ ਕਾਰਨ ਕਰਕੇ ਤੁਸੀਂ ਰਹਿ ਜਾਂਦੇ ਹੋ ਪੇਪਰ 'ਚੋਂ, ਸਾਡਾ ਕਾਰਨ ਨਹੀਂ ਹੋਏਗਾ। ਅਪਲਾਈ ਕਰਨ ਦੀ ਵਿਧੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ। ਅਪਲਾਈ ਕਰਨ ਦੀ ਜਿਹੜੀ ਵਿਧੀ ਉਹ 5 ਅਪ੍ਰੈਲ ਤੋਂ ਲੈ ਕੇ 16 ਅਪ੍ਰੈਲ ਤੱਕ ਰਹੇਗੀ। ਫੀਸ ਭਰਨ ਲਈ ਇਹ ਤਾਂ ਚਲੋ ਜਦੋਂ ਤੁਸੀਂ ਉਹ ਕਰਾਂਗੇ ਆਪਾਂ ਇਸ 'ਤੇ ਅੱਗੇ ਕੋਈ ਵੀਡੀਓ ਬਣਾ ਲਾਂਗੇ। ਅਪਲਾਈ ਕਰਨ ਲਈ ਜਿਹੜਾ ਹੈਗਾ ਇਹਨਾਂ ਨੇ ਕਿਹਾ ਹੈਗਾ ਕਿ ਅਪਲਾਈ ਤਕਰੀਬਨ ਇਹਨਾਂ ਦਾ ਜਿੱਦਾਂ ਤੁਸੀਂ ਲਾਸਟ ਵਾਲਾ ਪੇਪਰ ਤੁਹਾਡਿਆਂ 'ਚੋਂ ਬਹੁਤਿਆਂ ਨੇ ਫਿਲ ਕੀਤਾ ਹੋਏਗਾ, ਜਿਸ ਦੇ ਵਿੱਚ ਆਨਲਾਈਨ ਹੀ ਸਾਰਾ ਹੁੰਦਾ ਗਾ। ਇੰਟਰਨੈਟ ਬੈਂਕਿੰਗ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਠੀਕ ਹੈ, ਰੁਪੇ ਕਾਰਡ, ਫੋਨਪੇ, ਗੂਗਲ ਪੇ, ਪੇਟੀਐਮ, ਠੀਕ ਹੈ, ਬੈਂਕ ਚਲਾ ਕਿਸੇ ਵੀ ਮੋਡ ਰਾਹੀਂ ਜਿਹੜਾ ਗਾ ਤੁਸੀਂ ਡਿਪੋਜ਼ਿਟ ਕਰ ਸਕਦੇ ਹੋ ਫੀਸ। ਮੀਨਸ ਇਹਨਾਂ ਨੇ ਬਹੁਤ ਅੱਛੀ ਚੀਜ਼ ਹੈ ਇਹ। ਅੱਗੇ ਕੀ ਹੁੰਦਾ ਸੀ, ਚਲਾਨ ਦੇ ਥਰੂ ਹੀ ਹੁੰਦਾ ਸੀ, ਹੁਣ ਇਹਨਾਂ ਨੇ ਔਰ ਆਪਸ਼ਨ ਵੀ ਇਸ ਦੇ ਵਿੱਚ ਐਡ ਕਰ ਦਿੱਤੇ, ਜਿੱਦਾਂ ਗੂਗਲ ਪੇ ਹੋ ਗਿਆ, ਫੋਨਪੇ ਹੋ ਗਿਆ, ਪੇਟੀਐਮ ਹੋ ਗਿਆ, ਇਸ ਦੇ ਥਰੂ ਵੀ ਤੁਸੀਂ ਔਨ ਦਾ ਸਪੋਟ ਹੀ ਸਾਰੀ ਚੀਜ਼ਾਂ ਸੌਟ ਆਊਟ ਕਰ ਸਕਦੇ ਹੋਗੇ। ਹਾਂ, ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਫੀਸ ਕਨਫਰਮ ਕਰਾਤੀ ਆ, ਫੀਸ ਕਨਫਰਮ ਹੋਣ ਤੋਂ ਬਾਅਦ
ਤਾਂ ਇੱਕ ਐਪਲੀਕੇਸ਼ਨ ਫਾਰਮ ਜਨਰੇਟ ਹੁੰਦਾ ਗਾ ਤਾਂ ਉਸ ਨੂੰ ਡਾਊਨਲੋਡ ਕਰ ਸਕਦੇ ਹੋਗੇ ਠੀਕ ਹੈ ਨਾ। ਉਹ ਸਾਰੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਲਈ ਇੰਪੋਰਟੈਂਟ ਆ ਮੈਂ ਉਹ ਸਾਰੀ ਇਸ ਦੇ ਵਿੱਚ ਸ਼ੇਅਰ ਕਰ ਰਿਹਾ ਗਾ। ਠੀਕ ਹੈ, ਇਹਨਾਂ ਨੇ ਇਹ ਵੀ ਲਿਖਿਆ ਹੈਗਾ ਕਿ ਜੇ ਇਨ ਕੇਸ ਤੁਹਾਡੀ ਫੀਸ ਕਨਫਰਮ ਨਹੀਂ ਹੁੰਦੀ ਹੈਗੀ ਤਾਂ ਉਸ ਕੇਸ ਦੇ ਵਿੱਚ ਜਿਹੜਾ ਗਾ ਤੁਹਾਡਾ ਫਾਰਮ ਜਿਹੜਾ ਗਾ ਰਿਜੈਕਟ ਹੋ ਜਾਏਗਾ। ਕੁਝ ਗਾਈਡਲਾਈਨਸ ਨੇ ਜਿਹੜੀਆਂ, ਠੀਕ ਹੈ, ਹੋਰ ਦੇਖਦੇ ਇਸ ਦੇ ਵਿੱਚ ਕੀ ਇੰਪੋਰਟੈਂਟ ਹੈਗਾ ਲਈ। ਜਿਵੇਂ ਕਿ ਇਹ ਵੀ ਕਹਿੰਦਾ ਕਾਉਂਸਲਿੰਗ ਲਈ ਆਉਣ ਵਾਲੀ ਉਮੀਦਵਾਰਾਂ ਨੂੰ ਕੋਈ TADA ਆਦਿ ਨਹੀਂ ਦਿੱਤਾ ਜਾਵੇਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੇਫਜ਼ੂਲ ਨੇ, ਇਹਨਾਂ ਨੇ ਪਹਿਲੇ ਹੀ ਆਪਣੇ ਆਪ ਨੂੰ ਡਿਫੈਂਸ ਕਰ ਲੈਂਦੇ ਨੇ, ਪਹਿਲੇ ਹੀ ਬਚਾ ਲੈਂਦੇ ਨੇ ਤੇ ਇੱਦਾਂ ਕੁਛ ਨਹੀਂ। ਪੰਜਾਬ 'ਚ ਯਾਰ ਨੌਕਰੀ ਚਾਹੀਦੀ ਆ, ਨੌਕਰੀ ਲਈ ਬੱਚੇ ਤੋਂ ਜੋ ਮਰਜ਼ੀ ਕਰਾ ਲਓ, ਇਹਨਾਂ ਨੂੰ ਵੀ ਪਤਾ ਹੈਗਾ। ਠੀਕ ਹੈ, ਤੇ ਅੱਗੇ ਆ ਗਿਆ ਇਹਨਾਂ ਦਾ ਹੈਲਪਲਾਈਨ। ਜੇ ਕਿਸੇ ਬੱਚੇ ਨੂੰ ਕੋਈ ਸਮੱਸਿਆ ਆਉਂਦੀ ਹੈ ਕਿ ਇਹਨਾਂ ਨੇ ਇਹ ਟਾਈਮ ਦਿੱਤਾ ਗਾ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ, ਤੁਸੀਂ ਇਸ ਨੰਬਰ 'ਤੇ ਜਿਹੜਾ ਕਿ ਬਹੁਤ ਕਮ ਅਟੈਂਡ ਹੁੰਦਾ ਗਾ ਤੇ ਇਹ 'ਤੇ ਅਪਲਾਈ ਜਾਂ ਕਾਲ ਵਗੈਰਾ ਤੁਸੀਂ ਕਰ ਸਕਦੇ ਹੋ, ਜਾਂ ਫਿਰ ਇਹਨਾਂ ਨੂੰ ਇਸ ਨੰਬਰ 'ਤੇ ਜਿਹੜਾ ਗਾ ਈਮੇਲ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਸਮੱਸਿਆ ਆ ਰਹੀ ਹੈਗੀ, ਕੋਈ ਵੀ ਪ੍ਰੋਬਲਮ ਆ ਰਹੀ ਹੈਗੀ। ਨੈਕਸਟ ਇਹ ਹੋ ਗਿਆ ਜੀ ਆਪਣਾ ਐਡਵਰਟਾਈਜ਼ਮੈਂਟ ਕੰਪਲੀਟ। ਇਹ ਫਸਟ ਮਿਤੀ ਨੂੰ ਜਿਹੜਾ ਹੈਗਾ ਕੱਲ ਅਨਾਉਂਸ ਹੋਇਆ ਸੀ। ਕੌਣ ਲੈ ਰਿਹਾ ਹੈਗਾ? ਅਧੀਨ ਸੇਵਾਵਾਂ ਚੋਣ ਬੋਰਡ। ਠੀਕ ਹੈ, SSB ਜਿਹੜਾ ਹੈਗਾ ਪੰਜਾਬ ਇਸ ਪੇਪਰ ਨੂੰ ਕੰਡਕਟ ਕਰੇਗਾ। ਬਸ ਇਹ ਸੀ ਫੁੱਲ ਐਡਵਰਟਾਈਜ਼ਮੈਂਟ। 750 ਪੋਸਟਾਂ ਬਹੁਤ ਅੱਛੇ ਹੈਗਾ ਉਹ ਬੱਚਿਆਂ ਲਈ ਜਿਹੜੇ ਕਿ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਜਿਨ੍ਹਾਂ ਨੂੰ ਜਿਹੜੇ ਲਾਇਬ੍ਰੇਰੀਅਨ ਜਾਂ ਲਾਇਬ੍ਰੇਰੀ ਸਾਇੰਸ ਦੀ ਜਿਨ੍ਹਾਂ ਨੇ ਡਿਪਲੋਮਾ ਕੀਤਾ ਸੀ ਉਹਨਾਂ ਲਈ ਬਹੁਤ ਅੱਛੀ ਓਪਰਚੁਨਿਟੀ ਹੈ। ਅਸੀਂ ਵੀ ਟਰਾਈ ਕਰਾਂਗੇ ਕਿ ਤੁਹਾਡੀ ਇਸ ਸਕਸੈਸ ਦੇ ਵਿੱਚ ਆਪਣਾ ਕੋਈ ਕੰਟਰੀਬਿਊਸ਼ਨ ਦੇ ਸਕੀਏ, ਇਸ ਚੈਨਲ ਦੇ ਥਰੂ ਤੁਹਾਨੂੰ ਅਸੀਂ ਥੋੜ੍ਹਾ ਬਹੁਤ ਪ੍ਰੈਪਰੇਸ਼ਨ ਕਰਾ ਸਕੀਏ। ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਹੀ ਪੈਟਰਨ ਸਿਲੇਬਸ ਅਨਾਉਂਸ ਹੁੰਦਾ ਆਪਾਂ ਕਲਾਸਿਸ ਸਟਾਰਟ ਕਰਾਂਗੇ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਬੈਲ ਬਟਨ ਔਨ ਕਰ ਸਕਦੇ ਹੋ, ਜਿਸ ਦੇ ਨਾਲ ਸਾਡਾ ਜੋ ਵੀ ਅਸੀਂ ਅਪਡੇਟ ਕਰਾਂਗੇ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚੇ। ਅੱਜ ਦੀ ਇਸ ਅੱਛੀ ਨਿਊਜ਼ ਦੇ ਵਿੱਚ ਤੁਹਾਡੇ ਲਈ ਇੰਨਾ ਸੀ। ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਵਾਂਗਾ। ਥੈਂਕ ਯੂ ਫॉर ਵਾਚਿੰਗ।